8 ਸਾਲਾਂ ਦਾ ਹਾਂ ਬਾਬਾ। ਮੈਨੂੰ ਬੜਾ ਪਤਾ ਸਿੱਖ ਸੁੱਖ ਸਾਰੇ ਮੈਂ ਵੇਖੇ ਨੇ। ਸਹੀ ਇਤਿਹਾਸ ਪਿੰਡ ਸਿੱਖਾਂ ਦਾ ਹੀ ਆਉਂਦੇ ਹੁੰਦੇ ਹਨ। ਉਹ ਇੱਥੇ ਇੱਕ ਬਾਬਾ ਜਿਹਾ ਸੀ, ਉਹ ਕਦੇ ਨਾ ਕਦੇ ਸਾਡੇ ਪਿਓ ਕੋਲ ਨੇ ਆ ਜਾਣਾ। ਪਿਓ ਸਾਡੇ ਨੇ ਕਰਾ ਆਖਿਆ ਮੈਂ ਬੜੇ ਫਿਰ ਮੈਨੂੰ 2 ਬੇਰੀਆਂ ਪਿਉਂਦ ਕਰਕੇ ਦੇ। ਉਸੇ ਉਹ ਬੇਰੀਆਂ ਪਿਉਂਦ ਕਰ ਗਿਆ। ਤੇ ਉਹ ਮੁੜ ਵਕਤ ਇੰਨਾ ਹੀ ਪੜ੍ਹਿਆ 5-7 7ਵੀਂ ਸਾਂ ਨਿੱਕੇ ਨਿੱਕੇ ਭੈਣ ਭਰਾ ਪਿਓ ਨੇ ਹਟਾ ਲਿਆ। ਆ ਕੇ ਆਪਾਂ ਵਾਈ ਕਰੀਏ, ਕੁਝ ਨਹੀਂ ਬਣਦਾ, ਠੇਕੇ ਤੇ ਜ਼ਮੀਨ ਦੇ ਦਿੱਤੀ। ਉਹ ਫਿਰ ਮੈਨੂੰ ਤੁਹਾਡੀ ਪੈਦਾਇਸ਼ ਪਾਕਿਸਤਾਨ ਬਣਨ ਤੋਂ ਬਾਅਦ ਦੀ ਪਹਿਲੇ ਦੀ ਕੀ ਪੈਦਾਇਸ਼ ਤੁਹਾਨੂੰ ਮੈਂ ਦੱਸਣਾ, ਜਦੋਂ ਪਾਕਿਸਤਾਨ ਬਣਿਆ ਮੈਂ 8 ਸਾਲਾਂ ਦਾ ਪੜ੍ਹਦਾ ਹੁੰਦਾ। ਮਾਸ਼ ਤੁਸੀਂ ਤਾਂ ਫਿਰ ਹਰ ਚੀਜ਼ ਵੇਖੀ। ਮੈਂ ਸਿੱਖ ਸੁੱਖ ਸਾਰੇ ਮੈਂ ਵੇਖੇ ਨੇ, ਜਦੋਂ ਜਾਂਦੇ ਹਨ ਪਏ ਉਦੋਂ ਹੀ ਮੈਨੂੰ ਪਤਾ। ਯਾਨੀ ਤੁਸੀਂ ਪਾਕਿਸਤਾਨ ਤੋਂ ਵੀ ਵੱਡੇ ਹੋ 8 ਸਾਲ। ਆਹੋ ਪਾਕਿਸਤਾਨ ਤੇ ਮੇਰੇ ਬੜਾ ਸੰਭਾਲ ਬਣਿਆ। ਤੇ ਸਹੀ ਫਿਰ ਇੱਥੇ ਹੀ ਆ ਗਏ ਸੀ ਡਾਇਰੈਕਟ? ਨਹੀਂ, ਗੁਜਰਾਂ ਵਾਲੇ ਅਸੀਂ ਗੁਜਰਾਂ ਵਾਲੇ ਦੇ ਹਾਂ। ਤੇ ਸਾਨੂੰ ਸਾਡੇ ਪਿਓ ਨੂੰ ਮਰਬਾ ਸਨ 26 ਚ ਮਿਲਿਆ। ਅੱਛਾ ਅੱਛਾ ਅੱਛਾ। ਤੇ ਸਾਡਾ ਪਿਓ ਫਿਰ ਇੱਧਰ ਆ ਗਿਆ। ਫਿਰ ਬਾਅਦ ਚ ਸਾਡੇ ਪਿਓ ਦੀ ਸ਼ਾਦੀ ਹੋਈ ਸੀ। ਅੱਛਾ 1.5 ਸਾਲ ਮਗਰੋਂ, ਪਤਾ ਨਹੀਂ ਸਨ 40 ਚ ਹੋਈ ਏ। ਤੁਸੀਂ ਤੇ ਸਾਰੀਆਂ ਜੰਗਾਂ ਇਹ ਉਹ ਸਾਰੇ ਹਾਲਾਤ ਦੇਖੇ ਨੇ। ਸਾਰੀ ਸਨ 65 ਵਾਲੀ ਜੰਗ ਦਾ, 72 ਵਾਲੀ ਦਾ ਸਾਰਾ ਪਤਾ। ਸਨ 65 ਵਾਲੀ ਜੰਗ ਚ ਅਸੀਂ ਸਾਡੀ ਡਿਊਟੀ ਲੱਗਣੀ ਅਗਰ ਰਾਤ ਨੂੰ ਜਾਓ ਨਾ ਖੰਭਿਆਂ ਕੋਲ। ਉਹ ਇੱਕ ਡਿਊਟੀ ਤੇ ਮੈਂ ਭੋਗੀ 1-2 ਦਿਨ। ਤੇ ਫਿਰ ਹੁਕੂਮਤ ਨੇ ਕਾਨੂੰਨ ਕੀਤਾ ਵੀ ਜਿਹੜੇ ਲੋਕ ਡੇਰਿਆਂ ਤੇ ਬੈਠੇ ਨੇ ਨਾ, ਉਹ ਨਹੀਂ ਪਿੰਡਾਂ ਵਾਲੇ ਇਸ ਉਹ ਲੈਣ ਨਾ ਦੁਸ਼ਮਣ ਘਟ ਜਾਣ ਤਾਰਾਂ ਤੂਰਾਂ। ਜਿਹੜੇ ਪਿੰਡਾਂ ਵਾਲੇ ਲੋਕ ਨੇ ਨਾ, ਉਹ ਉਹਨਾਂ ਦੀ ਡਿਊਟੀ ਲਾਓ, ਡੇਰੇ ਵਾਲੇ ਦੀ ਨਾਲ ਲਾਓ। ਫਿਰ ਉਹ ਮੈਨੂੰ ਕਿਸੇ ਨੇ ਸੀ ਪੁੱਛਿਆ, ਉਹ ਰਹੇ 18 ਦਿਨ ਜੰਗ ਰਹੀ ਸੀ। ਤੇ ਫਿਰ ਆਂਦੇ ਹਨ ਵੀ ਤੁਸੀਂ ਆਪੋ ਆਪਣੇ ਡੇਰਿਆਂ ਦਾ ਖਿਆਲ ਕਰੋ। ਉਸ ਲਈ ਮੇਰੇ 2 ਬੱਚੇ ਹਨ ਸਨ 65 ਦੀ ਜੰਗ 'ਚ। ਅੱਛਾ। ਤੇ ਜਦੋਂ 72 ਦੀ ਹੋਈ ਏ ਉਦੋਂ ਮੇਰਾ ਚੌਥਾ ਬੱਚਾ ਕੁੱਛੜ ਸੀ। ਅੱਛਾ ਅੱਛਾ। ਸਹੀ ਸਹੀ। ਸ਼ੁਕਰ ਅੱਲਾਹ ਪਾਕ ਦਾ। ਸਹੀ। ਮੈਂ ਪਿੱਛੇ ਹਿੰਦੁਸਤਾਨ ਕਿੱਥੇ ਰਹਿੰਦੇ ਰਹੇ? ਹਿੰਦੁਸਤਾਨ ਚ ਹੀ ਗਏ ਹੀ ਨਹੀਂ। ਅੱਛਾ, ਇੱਥੋਂ ਗੁਜਰਾਂ ਵਾਲੇ ਦਾ ਹੀ ਦਾਦਾ ਪੜਦਾਦਾ ਸਾਡਾ। ਸਹੀ ਸਹੀ ਸਹੀ। ਉੱਥੇ ਤੇ ਨਾ ਸਾਡਾ ਪਿਓ ਨਾ ਦਾਦਾ। ਯਾਨੀ ਤੁਸੀਂ ਮੁਹਾਜਰ ਨਹੀਂ ਹੋ? ਨਹੀਂ, ਅਸੀਂ ਮੁਹਾਜਰ ਨਹੀਂ। ਅਸੀਂ ਮੁਹਾਜਰ ਹੈਗੇ, ਅਸੀਂ ਪਿੱਛੋਂ ਹੈਗੇ ਆ ਉੱਥੋਂ ਦੇ ਫਿਰੋਜ਼ਪੁਰ ਦੇ। ਹਾਂ ਜੀ, ਤਾਂ ਹੀ ਤੁਸੀਂ ਨਾ ਉਧਰੋਂ ਜਿਹੜੇ ਲੋਕ ਆ ਨੇ ਇਸੇ ਤਰ੍ਹਾਂ ਵੀ ਉਹ ਜਦੋਂ ਤਬਾਦਲ ਹੋਇਆ ਉਧਰ ਇੱਧਰ ਆ ਗਏ। ਇੱਧਰ ਉਹ ਮੁਹਾਜਰ ਸੱਦਣ ਲੱਗ ਪਏ ਨੇ, ਲੋਕਲ ਸੱਦਣ ਲੱਗ ਪਏ। ਤੇ ਉਹ ਬੜੇ ਨਹੀਂ ਹੁਣ ਸਾਡੇ ਆ ਸਾਰੇ 5 ਚੱਕ ਦੇ ਵਿੱਚ ਸਾਰੇ ਸਿੱਖ ਸਨ। ਆ 5-4 ਘਰ ਕਹਿੰਦੇ ਹਨ ਸਾਡੇ ਗੁਜਰਾਂ ਵਾਲੇ ਦੇ। 5-6 ਘਰ, ਬਾਕੀ ਉਹ ਸਾਰੇ ਚਲੇ ਗਏ ਹਨ, ਨਵੇਂ ਆ ਗਏ ਹਨ। ਬਸ ਇਹ ਤੇ ਇੱਕ ਤਬਾਦਲਾ ਸੀ। ਹੋਰ ਬਈ ਇਹ ਗੁਜਰਾਂ ਵਾਲੇ ਵਿਰਕ ਤੇ ਬੜੇ ਲੜਾਕੇ ਨੇ। ਉਹ ਬੜੇ ਲੋਕ ਰੱਖਦੇ ਨੇ। ਸਾਡੀ ਗੁਜਰਾਂ ਵਾਲੇ ਦਾ ਮਰਬਾ ਜ਼ਮੀਨ ਸੀ ਤੇ ਸਾਡੇ ਪਿਓ ਨੇ ਦੇ ਵੀ ਠੇਕੇ ਤੇ। ਤੇ ਅਸਾਂ ਇੱਕ ਦੌਰ ਮੈਂ ਗਿਆ, ਦੂਜੇ ਤੇ ਭਰਾ ਮੇਰੇ ਛੋਟੇ, ਤੇ ਉਹ ਨਾ ਉਹ ਸਾਡੇ ਨੇ ਆਖਿਆ ਵੀ ਆਪਾਂ ਇੰਜ ਕਰੀਏ, ਜਿਹਨੂੰ ਠੇਕੇ ਦੇਈ ਦੀ ਉਹ ਸਾਨੂੰ ਠੇਕਾ ਨਹੀਂ ਦਿੰਦਾ, ਅਗਲਾ ਉਹਨੂੰ ਵਾਹਣ ਨਹੀਂ ਦਿੰਦਾ। ਬੜੇ ਗੰਦੇ ਲੋਕ ਨੇ ਉਹ ਤੇ ਮੈਂ ਮਰ ਗਿਆ ਨਾ ਤੇ ਤੁਸੀਂ ਆਪਣੀ ਜ਼ਮੀਨ ਛੱਡਣੀ ਔਖੀ ਹੁੰਦੀ ਹੈ। ਹਾਂ ਬਿਲਕੁਲ। ਤੇ ਤੁਸੀਂ ਲੜੋਗੇ ਐਵੇਂ ਨੁਕਸਾਨ ਹੋ ਜਾਏਗਾ, ਪਰਾਂ ਦਫਾ ਕਰੋ, ਰੋਜ਼ੀ ਤੁਹਾਨੂੰ ਬੜਾ ਦੇਗੇ ਹੋਵੇ ਛੱਡੀ। ਆਂਦਾ ਨਹੀਂ ਮੈਂ ਜਾਣ ਦੇਣਾ ਤੁਹਾਨੂੰ। ਇਹ ਤੁਸੀਂ ਜ਼ਮੀਨ ਦੇ ਲਾਲਚੇ ਪੈਣਾ ਵੀ ਸਾਡੀ ਹੈ। ਤੇ ਉਹ ਕੁੱਤੇ ਲੋਕ ਨੇ ਉਧਰ ਤੇ ਕਤਲ ਆਮ ਤੇ ਬੜਾ ਗੰਦਾ। ਉੱਥੋਂ ਦੇ ਜਿਹੜੇ ਗਾਦੀ ਲੋਕ ਨੇ ਉਹ ਵੀ ਬੜੇ ਲੜਾਕੇ ਨੇ। ਗਾਦੀ ਸਾਰੇ ਹੀ ਉਧਰ ਦੇ ਲੋਕ ਬੜੇ ਨੇ ਲੜਾਕੇ ਬੜੇ। ਉਹ ਨਹੀਂ ਅੱਗਾ ਪਿੱਛਾ ਤੇ ਸੋਚ ਹੁੰਦੀ ਹੈ ਬੰਦੇ ਦੀ 4 ਦਿਨ ਜ਼ਿੰਦਗੀ ਦੁਬਾਰਾ ਹੋਣੀ ਕੋਈ ਨਹੀਂ। ਬਿਲਕੁਲ ਬਿਲਕੁਲ। ਬਈ ਇਹ ਲੜ ਕੇ ਆਪਣੀ ਜ਼ਿੰਦਗੀ ਗਵਾਓਗੇ, ਲੜ ਕੇ ਦਿਹਾੜੇ ਕੱਟੋਗੇ। ਇਹ 4-4 ਦਿਨ ਨੇ ਜਿਹੜੇ ਆਪਣੇ ਆਰਾਮ ਨਾਲ ਕੱਟੋ, ਸਕੂਨ ਨਾਲ। ਅਗਲੇ ਨੂੰ ਸਗੋਂ ਸਮਝਾਓ ਬਈ ਲੜਨਾ ਨਹੀਂ ਚਾਹੀਦਾ। ਇਹ ਜ਼ਿੰਦਗੀ ਅੱਲਾ ਵਾਸਤੇ ਅੱਲਾ ਨੇ ਬਣਾਈ ਹੈ। ਪਤਾ ਨਹੀਂ ਕਿਸੇ ਦੀ 20 ਸਾਲ 10 ਸਾਲ 50 ਸਾਲ 100 ਸਾਲ ਵੀ ਹੋਵੇ ਤਾਂ ਨਿਕਲ ਜਾਂਦਾ ਹੈ। ਸਾਡਾ ਪਿਓ ਹੁਣ 92 ਸਾਲ ਦਾ 93 ਦਾ ਹੋਇਆ ਜਦੋਂ ਫੌਤ ਹੋਇਆ, ਤੇ ਨਿਕਲ ਹੀ ਗਿਆ 100 ਸਾਲ ਹੀ ਹੋ ਗਿਆ ਜੀ। ਸਨ 26 ਚ ਤੇ ਉਹਨੂੰ ਮਰਬੇ ਮਿਲੇ ਸਨ। ਅੱਛਾ। ਤੇ ਉਦੋਂ ਢੇਰੋਂ ਵਰਦਾ ਸੀ। ਮਾਂ ਪਿਓ ਨਿੱਕੇ ਹੁੰਦੇ ਦਾ ਮਰ ਗਿਆ ਸੀ ਤੇ ਰਿਸ਼ਤਾ ਕੋਈ ਨਹੀਂ ਦਿੰਦਾ। ਤੇ ਫਿਰ ਵਾਹਵਾ ਉਮਰ ਦਾ ਹੋ ਗਿਆ ਜਦੋਂ ਸਾਡੇ ਪਿਓ ਦੀ ਸ਼ਾਦੀ ਹੋਈ। ਇਹ ਲੋਕ ਫਸਾਦ ਖਿਲਾਰਦੇ ਨੇ। ਉਹ ਜਦੋਂ ਅੱਲਾ ਪਾਕ ਲੱਗਾ ਇੱਥੇ ਹੁਣ ਤੁਹਾਡੇ ਕੋਲ ਕਿੰਨਾ ਰਕਬਾ ਬਣਾਉਣ ਤੇ ਫਰਿਸ਼ਤਿਆਂ ਨੇ ਕੀ ਆਖਿਆ, ਇਹ ਕੀ ਲੱਗੇ ਜੇ ਕਰਨੇ ਨਾ ਤੇ ਦੁਨੀਆ ਦੇ ਉੱਤੇ ਫਸਾਦ ਖਿਲਾਰਨੇ, ਧੰਦੇ ਫਸਾਦ ਖਿਲਾਰਨੇ। ਬਿਲਕੁਲ। ਤੇ ਉਹ ਅੱਲਾ ਪਾਕ ਨੇ ਆਖਿਆ ਜੋ ਮੈਂ ਕਰ ਰਿਹਾ ਤੁਸੀਂ ਨਹੀਂ ਜਾਣਦੇ। ਉਹ ਆਪਣੇ ਪਿਆਰੇ ਵਾਸਤੇ ਲੱਗਾ ਸੀ। ਇਹ ਬਿਲਕੁਲ ਮਹਿਫਲ ਜਿਵੇਂ ਆਂਦੀ ਹੈ, ਉਹ ਆਪਣੇ ਪਿਆਰੇ ਵਾਸਤੇ ਬਣਾਈ ਹੈ ਮਹਿਫਲ। ਬਿਲਕੁਲ।
ਉਹਦੇ ਵਾਸਤੇ ਬਣਾਈ ਸੀ ਉਹਨਾਂ ਇੱਥੇ ਨੇ। ਕਿੰਨਾ ਰਕਬਾ ਹੁਣ ਤੁਹਾਡੇ ਕੋਲ? ਹਾਂਜੀ। ਇੱਥੇ ਕਿੰਨਾ ਰਕਬਾ ਹੈ? ਇੱਥੇ ਹੈ 16-17 ਕਿੱਲੇ, ਰਕਬਾ ਤੇ 25 ਕਿੱਲੇ ਸੀ। ਹੂੰ ਫਿਰ ਉਹ ਸਾਡੇ ਪਿਓ ਦਾ ਜਿਹੜਾ ਭਰਾ ਸੀ ਨਾ, ਉਹ ਵੀ ਕੁਦਰ ਵਾਲੇ ਰਹਿ ਗਿਆ, ਉਹ ਜ਼ਮੀਨ ਉਹਦੀ ਸਾਡੀ ਸੇਮ ਹੋ ਗਈ। ਅੱਛਾ ਅੱਛਾ। ਉਹਨੇ ਫਿਰ ਆਖਿਆ ਚਲੋ ਇਹ ਤਾਂ ਖਰੇ ਬਾਤ ਹੋਣੀ ਜਿਹੜੀ ਆਹ ਵੇਚੀ ਸੀ, ਹੂੰ ਤੇ ਚੱਲ ਤੂੰ ਭਰਾ ਆਏ ਤੇ ਤੂੰ ਵੀ ਆ ਜਾ। ਫਿਰ 8 ਕਿੱਲੇ ਉਹਨੂੰ ਵਿੱਚੋਂ ਦੇ ਦਿੱਤੇ। ਸਹੀ ਸਹੀ ਚਲੋ। ਉਹ ਮੈਂ ਵੱਡਾ ਸਾਰਾ ਹਾਂ। ਹਾਂ ਮੈਨੂੰ ਆਂਦਾ ਪਿਓ ਮੈਂ ਉਹਨਾਂ ਕੁਰਾਨ ਦਾ ਮੇਲਾ ਮੇਰੇ ਕੇ ਕੀਤਾ ਹੂੰ ਤੇ ਧਿਆਨੀਆਂ ਨੇ ਤੇ ਮੈਂ ਉਹਨੂੰ ਜ਼ਮੀਨ ਲੱਗਾ ਦੇਣ ਹੂੰ ਤੇ ਮੈਂ ਕੁਰਾਨ ਨੂੰ ਮੰਨਿਆ ਤੇ ਉਸ ਕੁਰਾਨ ਦਾ ਸਦਕਾ ਤੁਹਾਨੂੰ ਅੱਲਾ ਬੜੀ ਰੋਜ਼ੀ ਦੇਗਾ। ਹੂੰ ਤੇ ਤੁਸੀਂ ਨਾ ਦਿਲ 'ਚ ਨਾ ਆਖਿਆ ਜੇ ਸਾਡੇ ਪਿਓ ਨੇ ਇੰਨੀ ਜ਼ਮੀਨ ਦੇ ਛੱਡੀ ਹੈ ਭਰਾ ਨੂੰ। ਹੂੰ ਮੈਂ ਕਿਹਾ ਚਲੋ ਠੀਕ ਹੈ, ਦੂਜੇ ਤੇ ਛੋਟੇ ਹਨ ਦੇ ਦਿੱਤੀ ਹੈ। ਹਾਂ ਜਿਉਂ ਸੰਭਾਲੀਏ, ਚਲੋ ਅਸੀਂ ਕੋਈ 5-10 ਕਿੱਲੇ ਖਰੀਦ ਹੀ ਲਈਏ ਬੋਲ ਦਾ, ਹਾਂ ਤੇ ਲੇਕਿਨ ਅਸੀਂ ਮਥਾਜ ਨਹੀਂ ਹੋਏ ਕਿਸੇ ਦੇ। ਅੱਲਾ ਅੱਲਾ ਆਪਣੇ ਘਰੋਂ ਦਿੰਦਾ ਹਾਂ। ਰਿਹਾ, ਮੱਝਾਂ ਦੁੱਧ ਹਰ ਸ਼ੈ, ਅੱਲਾ ਨੇ ਬੜਾ ਦੇ ਦਿੱਤਾ। ਬੜੇ ਕਮਾਦ ਕਰਨੇ, ਹੂੰ। ਪੀੜਨੇ, ਖੱਡਾਂ ਬਣਾਉਣੀਆਂ। ਹੂੰ ਸ਼ੁਕਰ ਅੱਲਾ ਪਾਕ ਦਾ। ਹੁਣ ਬੱਚੇ ਪੜੇ ਪੁੜੇ ਉਰਾਂ ਪਰਾਂ ਸਾਰੇ, ਉਹ ਹੁਣ ਵੱਡਾ ਹੈ ਜੇ ਨੌਕਰੀ ਕਰਦਾ, ਉਸ ਤੋਂ ਛੋਟਾ ਹੈ ਮਾਸ਼ਾਅੱਲਾ, ਉਹਦਾ ਟਰੱਕ ਚੱਲਦਾ ਪਿਆ। ਉਧਰੋਂ ਨੇ 17 ਕਿੱਲੇ 4 ਜ਼ਮੀਨ ਬਣਾ ਲਈ। ਜਿਹੜਾ ਪੁਲਿਸ ਵਾਲਾ ਹੈ ਹੂੰ ਉਹਨੇ 6-7 ਕਿੱਲੇ ਨਹਿਰ ਦੇ ਨਾਲ ਹੀ ਉੱਥੇ ਫਾਰਮ ਬੋਲੀ ਪੱਕੀ ਜ਼ਮੀਨ ਵਿੱਚ ਅੱਛਾ। ਮੁੱਕ ਹੈ। ਹੂੰ ਮਾਸ਼ਾ ਸ਼ੁਕਰ ਅੱਲਾ ਪਾਕ ਦਾ, ਅਲਹਮਦੁਲਿਲਾ। ਉਹਨਾਂ ਨੂੰ ਅੱਲਾ ਦੇ ਜਾਂਦਾ, ਪਿਓ ਮਾਂ ਦੀਆਂ ਦੁਆਵਾਂ ਨੇ। ਮੇਰੀ ਤੇ ਸਹੀ ਇਹ ਵੀ ਇੱਕ ਮਾਂ ਦੀ ਖਿਦਮਤ ਕਰਦੇ ਨੇ, ਅੱਲਾ ਬੜਾ ਦਿੱਤੀ ਜਾਂਦਾ ਸਾਨੂੰ। ਅੱਲਾ ਰਹਿਮ ਕਰੇ, ਕੋਈ ਕਿਸੇ ਚੀਜ਼ ਦੀ ਭੁੱਖ ਨਹੀਂ। ਆ ਬੜਾ ਬਾਗ ਸੀ ਮੈਂ ਲਾਇਆ, ਅੱਛਾ ਮੇਰੇ ਘਰ ਵਾਲੀ ਨੂੰ ਬੜਾ ਸ਼ੌਕ ਸੀ। ਹਾਂ ਨਹੀਂ ਮੈਂ ਉਦੋਂ ਆਇਆ ਵੇਖ ਕੇ ਬੜਾ ਖੁਸ਼ ਹੋਇਆ। ਤੇ ਆ ਸਾਰਾ ਕਿੱਲਾ ਬਾਗ ਦਾ ਸੀ। ਹਾਂ ਉਸ ਫਿਰ ਨਾ ਹੌਲੀ ਹੌਲੀ ਸੁੱਕਣ ਲੱਗ ਪਿਆ, ਤੇ ਉਹ ਫਿਰ ਮੈਂ ਮੁੰਡਿਆਂ ਨੂੰ ਵੜ ਦਿੱਤੀ। ਉਹ ਵੱਡੇ ਮੁੰਡੇ ਦੀ ਵਾਟੀ ਤੇ ਵਾਂਗ ਗਿਆ। ਅੱਛਾ ਉਹਨੇ ਆਖਿਆ ਮੇਰੇ ਤੋਂ ਨਹੀਂ, ਮੈਂ ਨੌਕਰੀ ਕਰਨਾ, ਮੈਂ ਬਾਗ ਦੀ ਕਿੱਥੇ ਹੂੰ ਅੰਮੀ ਸਾਡੀ ਐਵੇਂ ਲੋਕਾਂ ਦੀ ਗੱਲ ਪੈਂਦੀ ਫਿਰ ਇਹ ਇਹਨਾਂ ਨੂੰ ਮੈਂ ਪਟਾ ਛੱਡਣਾ, ਕੋਈ ਬੂਟੇ ਸੋਗੇ ਬਾਕੀ ਪਟਾ ਛੱਡੇ। ਸਹੀ ਤੇ ਆ ਇੱਥੇ ਬੜੇ ਅੰਬ ਸਨ। ਹੂੰ ਫਿਰ ਆ ਨਿੱਕੇ ਮੁੰਡੇ ਨੇ ਉਹ ਅੰਬ ਲਾਏ ਨੇ, ਤੇ ਮਾਸ਼ਾਅੱਲਾ ਬੜੇ ਅੰਬ ਲੱਥੇ ਨੇ। ਅੱਛਾ 2 ਮਾਸ਼ਾ ਮਹੀਨੇ ਖਾਂਦੇ ਰਹੇ ਨੇ ਮੁੰਡੇ ਕੀ ਬਾਤ। ਬੱਚੇ। ਹਾਂ ਨਹੀਂ ਨਹੀਂ ਸ਼ੁਕਰ ਅੱਲਾ ਪਾਕ ਦਾ। ਇਹ ਅਲਹਮਦੁਲਿਲਾ। 4 ਦਿਨ ਦੇ ਪਰੋਣੇ ਖਾਲੀ ਹੱਥੀ ਟੁਰ ਜਾਏ, ਜ਼ਮੀਨਾਂ ਇਹ ਭਾਂਡੇ ਬਕਾਨ ਕੋਈ ਸ਼ੈ ਨਹੀਂ ਨਾਲ ਜਾਣੀ। ਬਿਲਕੁਲ ਅਗਲੇ ਜਿਸਲੇ ਬੜਾ ਅਮੀਰ ਹੋਵੇ, ਫੌਤ ਹੋ ਜਾਏ ਜਾਂ ਬੀਬੀ ਹੋਵੇ, ਇਹਦੀਆਂ ਕੰਨਾਂ ਦੀਆਂ ਵਾਲੀਆਂ ਤੇ ਲਾ ਲਵੋ। ਲਾ। ਇਹਦੀ ਜੇਬ ਤੇ ਵੇਖੋ ਕਿ ਚਾਰਾਂ ਨੇ ਹਨ ਇਹਦੇ ਵਿੱਚ ਜੇਬ ਤੇ, ਅਗਲਿਆਂ 'ਚ ਖਾਲੀ ਜਾਣਾ ਹੈ। ਸਗੋਂ ਜਾਣ ਲੱਗਾ ਕਹਿੰਦੇ ਮੈਲ ਵੀ ਇਹਦੀ ਚੰਗੀ ਤਰ੍ਹਾਂ ਲਾਓ। ਉਹ ਸੁਲਤਾਨ ਸਿਕੰਦਰ ਦਾ ਤਾਂ ਵਾਕਿਆ ਸੁਣਿਆ ਹੋਣਾ ਸੀ। ਉਹ ਉਸ ਕੁੱਲ ਕਾਇਨਾਤ ਤੇ ਬਾਦਸ਼ਾਹੀ ਕੀਤੀ ਤੇ ਆਖਣ ਲੱਗਾ ਮੇਰੇ ਹੱਥ ਕੱਪੜ ਤੋਂ ਬਾਹਰ ਕੱਢ ਦਿਆ ਜੇ। ਹੂੰ ਇਹ ਨਾ ਆਖੇ ਵੀ ਇਹਦੀ ਸਲਤਨਤ ਦਾ ਮਾਲਕ ਹੋ ਕੇ ਤੇ ਇਹ ਆਸ਼ਾ ਨਾਲ ਲਈ ਜਾਂਦਾ ਮੈਂ ਖਾਲੀ ਹੱਥੀ ਜਾਣਾ ਹੈ, ਹੂੰ ਤੇ ਬਾਹਰ ਮੇਰੇ ਕੱਪੜ ਤੋਂ ਹੱਥ ਬਾਹਰ ਕੱਢ ਦਿਆ ਜੇ। ਇਹ ਤੇ ਉਹ ਦੁਨੀਆ ਗੱਲ ਹੈ ਵੀ ਇਹ ਜਦਾਤ ਅੱਲਾ ਪਾਕ ਨੇ ਬਣਾਈ ਆਪਣੀ ਖੇਡ, ਨਾ ਇਹ ਤੇਰੀ ਹੈ ਨਾ ਮੇਰੀ ਹੈ, ਨਾ ਮਕਾਨ ਨਾ ਬੱਚੇ, ਕੁਛ ਆਈ ਵੀ ਨਹੀਂ, ਖਾਲੀ ਹੱਥ। ਖਾਲੀ ਆ। ਉਸ ਆਖਿਆ ਇੱਕ ਮੇਰਾ ਇੱਥੇ ਬੇਲੀ ਹੁੰਦਾ ਸੀ, 21 ਚੱਕ ਚ ਲੰਗਾ ਭਰਾ ਬਣਿਆ। ਹੂੰ ਉਹ ਮੈਂ ਆਖਿਆ ਤੂੰ ਕੋਈ ਮਕਾਨ ਤੇ ਚਾਹੀਦਾ ਬਣਾ, ਤੇਰੇ ਕੋਲ 10 ਕਿੱਲੇ ਜ਼ਮੀਨ ਹੈ। ਹਾਂ ਆਂਦਾ ਜਦੋਂ ਬੰਦੇ ਦਾ ਮਈਤ ਚੁੱਕਣੀ ਹੈ ਨਾ, ਹੂੰ ਉਸ ਆਖਿਆ 3 ਚੀਕਾਂ ਉਹਦੀਆਂ ਨਿਕਲਦੀਆਂ ਨੇ। ਹੂੰ ਇੱਕ ਤੇ ਔਲਾਦ ਪਿੱਛੇ, ਹੂੰ ਤੇ ਇੱਕ ਉਹ ਜਿਹੜਾ ਚੰਗੇ ਮਕਾਨ ਬਣਾਏ ਤੇ ਸੋਚਦਾ ਮੈਂ ਕੋਠੀ ਬਣਾਈ ਹੈ ਤੇ ਹੁਣ ਮੈਂ ਛੱਡੀ ਜਾਣਾ ਹੈ, ਉਹਦੀ ਚੀਕ ਨਿਕਲਦੀ ਹੈ, ਬੰਦੇ ਸੁਣਦੇ ਨਹੀਂ। ਹੂੰ ਤੇ ਦੂਜਾ ਜਿਹੜਾ ਹੈ ਨਾ ਪੈਸਾ ਜਿਹਦਾ ਬੈਂਕ 'ਚ ਆਮ ਜੋੜਿਆ ਹੋਵੇ, ਆਖੇਗਾ ਮੇਰਾ ਇੰਨਾ ਪੈਸਾ ਮੈਂ ਛੱਡੀ ਜਾਣਾ ਹੈ। ਉਹ ਮੈਂ ਕੱਚੀ ਕੁੱਲੀ ਏ, ਇਹ ਆਪਣੇ ਦਿਹਾੜੇ ਕੱਟਦਾ ਪਿਆ ਆ, ਮੈਂ ਟੁਰ ਜਾਣਾ। ਉਹ ਗੱਲ 1 ਸਾਲ ਦਾ ਲੰਘਿਆ ਤੇ ਅੱਲਾ ਬੇਲੀ ਹੋਇਆ, 10 ਕਿੱਲੇ ਪੈਲੀ ਵੀ ਛੱਡ ਗਿਆ। ਹੂੰ। ਆਂਦਾ ਇੱਕ ਬੱਚਾ ਮੇਰਾ, ਹੂੰ ਉਹਦੇ ਬਾਰੇ ਮੈਂ ਜਰਾ ਅੱਲਾ ਨੂੰ ਆਖਾਂਗਾ ਮੇਰੀ ਚੀਕ ਨਿਕਲੇਗੀ, ਦੂਜੀਆਂ ਚੀਕਾਂ ਨੂੰ ਤੇ ਮੈਂ ਬਰੀ ਜਾਣਾ, ਹੂੰ। ਹੱਸਦਾ ਰਹਿਣਾ। ਹੂੰ ਤੇ ਉਹ ਗੱਲ ਹੈ ਵੀ ਅੱਲਾ ਪਾਕ ਜਿਹੜਾ ਹੈ ਆਪਣੀ ਖੇਡ ਬਣਾਈ ਬੈਠਾ, ਨਾ ਤੇਰਾ ਘਰ ਨਾ ਮੇਰਾ। ਐਵੇਂ ਅੱਲਾ ਅੱਲਾ ਕਰ ਬੰਦਿਆ, ਕਿ ਰੱਬ ਦੇ ਕਹਿਰ ਤੋਂ ਡਰ ਬੰਦਿਆ, ਐਵੇਂ ਮੱਲਾ ਮਾਰੀ ਫਿਰਨਾ ਨਹੀਂ ਤੇਰਾ ਘਰ ਬੰਦਿਆ। ਮੈਂ ਕੋਠੀਆਂ ਵੇਖੀਆਂ ਨੇ, ਇੱਕ ਇੱਥੇ ਮੇਰਾ ਬੇਲੀ ਉਹਨੇ ਕੋਠੀ ਬਣਵਾਈ ਤੇ ਸਾਰੀ ਕੋਠੀ ਮੈਨੂੰ ਵਿਖਾਈ। ਉਹ 6 ਮਹੀਨੇ ਨੂੰ ਲੱਗੇ ਤੇ ਫੌਤ ਹੋ ਗਿਆ ਉਹਦੇ ਮੁਕੱਦ। ਸਾਡੇ ਖੁਦ ਜਵਾਈ ਨੇ 3 ਮੰਜ਼ਲੀ ਕੋਠੀ 2 ਕਨਾਲਾਂ 'ਚ ਬਣਾਈ ਹੈ। ਅੱਛਾ 3 ਮੰਜ਼ਲਾਂ ਤੇ ਖੁੱਲੀ ਕੋਠੀ ਆ। ਮਲਾਦ ਮਲੂਦ ਕਰਾਣਾ ਅਸੀਂ ਉੱਥੇ ਚਲੇ ਜਾਂਦੇ ਕੋਈ ਐਸਾ। ਤੇ ਉਹ ਨਾ ਇਹ ਜੇ ਸਾਲ ਡੇਢ ਹੀ ਹੋਇਆ ਬਣਾਈ ਨੂੰ, ਹੂੰ ਤੇ ਉਹ ਅੱਲਾ ਨੂੰ ਪਿਆਰਾ ਹੋ ਗਿਆ। ਰਹਿਣਾ ਨਸੀਬ ਨਹੀਂ ਹੋਇਆ। 50,000 ਮਹੀਨੇ ਦਾ ਕਿਰਾਇਆ ਉਹਦਾ। ਹੂੰ। ਅਜੇ ਥਾਂ ਆਪਣੇ ਜੋ ਕੀ ਉਸ ਕੁੜੀ ਨੇ ਰੱਖੀ ਹੈ, ਸਹੀ ਹੋਰ ਇੱਕ ਪਲਾਟ ਵੀ ਹੈ। ਤੇ ਉਹ ਗੱਲ ਹੈ ਵੀ ਇਹ ਕੋਠੀਆਂ ਮਹਿਲ ਮਨਾਰੇ ਸਭ ਝੂਠ ਹੈ ਸਾਰਾ।
ਇਹ ਤੇ ਆਪਣੇ ਸ਼ੁਕਰ ਕਰੋ ਜੀ, ਅੱਲਾ ਆਪਣੇ ਨਾ ਹੱਕ ਹਲਾਲ ਦੀ ਕਮਾਈ ਦੇਵੇ। ਆਮੀਨ। ਮੈਂ ਆਪਣੀ ਜ਼ਿੰਦਗੀ 'ਚ ਨਾ ਹਾਫਿਜ਼ ਸਾਹਿਬ ਭਾਈ ਕਿਸੇ ਦਾ 10 ਮਿੰਟ ਪਾਣੀ ਰੋੜਿਆ, ਕਿਸੇ ਦੀ ਤੂੜੀ ਨਹੀਂ ਜਾ ਕੇ ਚੋਰੀ ਪਾਈ, ਕਿਸੇ ਦਾ ਪੱਠਾ ਨਹੀਂ ਪਾਇਆ ਬੇਜ਼ਬਾਨ ਮਾਲ ਨੂੰ ਵਾਈ ਕਰਦਾ, ਠੇਕੇ ਵੀ ਚੁੱਕਦਾ ਰਿਹਾ ਨਰੋ ਪਾਰ। ਅੱਲਾ ਕੋਲ ਹੱਕ ਹਲਾਲ ਦੀ ਮੰਗਦਾ ਹਾਂ। ਕਿਸੇ ਬਜ਼ੁਰਗ ਦੀ ਖਿਦਮਤ ਕਰਨੀ ਮੇਰੇ ਜਿਹੜਾ ਮੇਰੀ ਉਮਰ ਦਾ ਹੋਣਾ, ਜਿਵੇਂ ਹੁਣ ਤੁਸੀਂ ਆਏ ਜੇ ਜੀ ਜੀ। ਤੇ ਉਹ ਬਜ਼ੁਰਗ ਦਾ ਖਿਦਮਤ ਕਰਨੀ, ਉਹਦੀ ਚਾਹ ਪਾਣੀ ਕਿਸੇ ਨੂੰ ਰੋਜ਼ੇ ਰਖਾਣੇ। ਨਹਿਰ ਲੰਘ ਕੇ ਵੀ ਮੈਂ ਨਾ ਪਾਣੀ ਦੇ ਵਿੱਚ ਜਾ ਕੇ ਨਾ, ਬਾਹਰ ਮੇਰਾ ਠੇਕਾ ਹੁੰਦਾ, ਇੱਕ ਬਾਪਾ ਆਉਂਦਾ, ਮੈਂ ਉਹਦਾ ਇਲਾਜ ਕੋਈ ਨਹੀਂ ਸੀ। ਇਹ ਸਾਰੀਆਂ ਬਲੋਚਰੀਆਂ ਬਲੋਚ ਸਰਗੀ ਨਹੀਂ ਉੱਠਦੇ, ਤੇ ਤੂੰ ਮੈਨੂੰ ਨਾ ਰੋਜ਼ਾ ਸਵੇਰੇ ਰਖਾ ਦਿਆ ਕਰ, ਸ਼ਾਮ ਨੂੰ ਤੇ ਮੈਂ ਬੁਰਕੀ ਦੇ ਦਿੰਦੇ ਨੇ ਖਾ ਲੈਣਾ। ਮੈਂ ਕਿਹਾ ਚਲੋ, ਮੈਂ ਦਹੀਂ ਮੱਖਣ ਸਾਲਣ ਲੱਸੀ ਹਰ ਸ਼ਾ ਲੈ ਜਾਣੀ, ਇਹਨੂੰ ਪਰੌਂਠੇ ਪਕਾ ਕੇ ਦੇਣੇ, ਰੋਜ਼ੇ ਰਖਾਣੇ। ਇੱਕ ਬਾਬਾ ਇੱਧਰ ਸੀ, ਉਹਨੇ ਦੁਆ ਦੇਣੀ, बेटा तेन अल्लाह ताला हज कराए, तेन मदीना विखाए, तेन नबी की जियारत कराए रोजे की। वो मैं आख्या बाबा दुआ करो मैनू रब रोजी देवे, टुकर दे देवे, बड़ी गल है। मैं आख्या जे राती का पूरा होंदा ना, ते मैं आख्या किते शहर जाना 2 दिन लब्भी दा कोई घर च कराया लब्भे ते दिहाड़ी जाइए तू। मैं आख्या मदीना ते बड़ी दूर है, ते आंदा ते अल्लाह पाक सब तो डाढा हो सके, अल्लाह तेन लै जाएगा मदीने। ते मैनू याद आते हैं बजुर्ग भी, उन्होंने दुआवां अल्लाह वेख लो कबूल कर दी। मैं सच्ची गल दसा भी बिल्कुल ना गुजारे ना गुजारा होंदा, बिल्कुल बिल्कुल। ते शहर जाना भी औखा होंदा सी, ते ना कोई वाधू उन्ने पैसे होने जिन्ने कमाने, खर्च लेने, खा लेने। अल्लाह ताला करम कीता, बिल्कुल ते नरा हो आए। ये ते अल्लाह